ਪੰਜ ਜੁੱਤੀਆਂ। ਇੱਕ ਸੌਦਾਗਰ ਦਾ ਲੜਕਾ ਮੁਕੰਦਾ ਬੜਾ ਸਿੱਧਾ ਸਾਦਾ ਸੀ। ਉਸਨੂੰ ਇੱਕ ਪੰਡਤ ਸ਼ਾਸਤਰ ਪੜ੍ਹਾਇਆ ਕਰਦਾ ਸੀ। ਜਦੋਂ ਮੁੱਢਲੀ ਪੜ੍ਹਾਈ ਖਤਮ ਹੋਈ ਤਾਂ ਪੰਡਤ ਨੇ ਉਹਨੂੰ ਕਈ ਤਰ੍ਹਾਂ ਦੀਆਂ ਵਿਹਾਰਿਕ ਗੱਲਾਂ ਸਮਝਾਈਆਂ। ਇਸਤਰੀ ਦੇ ਮੱਕਰ ਫਰੇਬਾਂ ਤੋਂ ਜਾਣੂ ਕਰਵਾਉਣ ਵਾਸਤੇ ਕਈ ਤ੍ਰਿਆਂ ਚਰਿੱਤਰ ਸੁਣਾਏ। ਪੰਡਤ ਨੇ ਮੁਕੰਦੇ ਨੂੰ ਤ੍ਰਿਆਂ ਚਰਿੱਤਰਾਂ ਦੀ ਇੱਕ ਪੋਥੀ ਵੀ ਪੜ੍ਹਨ ਵਾਸਤੇ ਦਿੱਤੀ। ਉਹ ਪੋਥੀ ਪੜ੍ਹ ਕੇ ਮੁਕੰਦੇ ਨੂੰ ਇਸਤਰੀਆਂ ਤੋਂ ਨਫ਼ਰਤ ਹੋ ਗਈ। ਉਹਨੇ ਇਰਾਦਾ ਕਰ ਲਿਆ ਕਿ ਉਹ ਸਾਰੀ ਉਮਰ ਵਿਆਹ ਨਹੀਂ ਕਰਵਾਏਗਾ। ਮੁਕੰਦੇ ਨੇ ਆਪਣੇ ਮਨ ਦੀ ਗੱਲ ਕਿਸੇ ਨੂੰ ਨਾ ਦੱਸੀ। ਜਦੋਂ ਵੀ ਸੌਦਾਗਰ ਮੁਕੰਦੇ ਨਾਲ ਵਿਆਹ ਬਾਰੇ ਗੱਲ ਛੇੜਦਾ, ਇਹ ਟਾਲ ਜਾਂਦਾ। ਕਾਫੀ ਮੁੱਦਤ ਇਸ ਤਰ੍ਹਾਂ ਲੰਘ ਗਈ। ਅਖੀਰ ਸੌਦਾਗਰ ਨੇ ਮੁਕੰਦੇ ਨੂੰ ਸਮਝਾਇਆ, ਦੇਖ ਬੇਟਾ, ਜੇ ਤੂੰ ਵਿਆਹ ਨਾ ਕਰਾਇਆ ਤਾਂ ਇੱਕ ਤਾਂ ਖਾਨਦਾਨ ਦੀ ਬਦਨਾਮੀ ਹੋਵੇਗੀ ਕਿ ਮੁੰਡਾ ਮੂਰਖ ਏ, ਰਿਸ਼ਤਾ ਕੋਈ ਨਹੀਂ ਮਿਲਦਾ। ਦੂਜਾ, ਅੱਗੋਂ ਵੰਸ਼ ਨਾ ਚੱਲੀ ਤਾਂ ਪਿਤਰਾਂ ਨੂੰ ਪਾਣੀ ਕੌਣ ਦੇਵੇਗਾ। ਤੂੰ ਮੇਰਾ ਇੱਕੋ ਇੱਕ ਪੁੱਤਰ ਏ। ਸਾਡੇ ਦੋਹਾਂ ਦੀਆਂ ਰੂਹਾਂ ਮਰਨ ਮਗਰੋਂ ਪਿਆਸੀਆਂ ਭਟਕਦੀਆਂ ਰਹਿਣਗੀਆਂ। ਸੌਦਾਗਰ ਦੇ ਮਜਬੂਰ ਕਰਨ 'ਤੇ ਮੁਕੰਦਾ ਇਸ ਸ਼ਰਤ 'ਤੇ ਵਿਆਹ ਕਰਵਾਉਣਾ ਮੰਨਿਆ ਕਿ ਉਹ ਉਸ ਲੜਕੀ ਨਾਲ ਸ਼ਾਦੀ ਕਰਵਾਏਗਾ ਜੋ ਹਰ ਰੋਜ਼ ਸਵੇਰੇ ਜਾਗਦੇ ਸਾਰ ਉਹਦੇ ਕੋਲ 5 ਜੁੱਤੀਆਂ ਖਾਇਆ ਕਰੇਗੀ। ਮੁਕੰਦੇ ਨੇ ਸੋਚਿਆ ਕਿ ਇਸ ਤਰ੍ਹਾਂ ਤੀਵੀਂ ਉਹਦੇ ਕਾਬੂ ਵਿੱਚ ਰਹੇਗੀ ਅਤੇ ਦੁਬੇਲ ਹੋਣ ਕਰਕੇ ਉਹਦੇ ਨਾਲ ਕੋਈ ਚਲਿੱਤਰ ਨਹੀਂ ਖੇਡ ਸਕੇਗੀ। ਪਰ ਸੌਦਾਗਰ ਨੂੰ ਅਜਿਹੀ ਕੁੜੀ ਕਿੱਥੋਂ ਮਿਲੇ। ਭਾਵੇਂ ਸੌਦਾਗਰ ਕੋਲ ਕਾਫੀ ਧਨ ਦੌਲਤ ਸੀ, ਪਰ ਉਹਨੂੰ ਆਪਣੇ ਪੁੱਤਰ ਵਾਸਤੇ ਕੋਈ ਅਜਿਹੀ ਕੰਨਿਆ ਨਾ ਮਿਲੀ ਜੋ ਹਰ ਰੋਜ਼ ਅਪਮਾਨਿਤ ਹੋ ਸਕੇ। ਅਮੀਰ ਕੁੜੀ ਤੇ ਇੱਕ ਪਾਸੇ ਰਹੀ, ਕੋਈ ਗਰੀਬ ਕੁੜੀ ਵੀ ਅਜਿਹੀ ਮੂਰਖਤਾ ਵਾਲੀ ਸ਼ਰਤ ਮੰਨਣ ਨੂੰ ਤਿਆਰ ਨਾ ਹੋਈ। ਸੌਦਾਗਰ ਰੁਪਏ ਪੈਸੇ ਤੇ ਮਾਲ ਦੌਲਤ ਨਾਲ ਵੀ ਕਿਸੇ ਕੰਨਿਆ ਨੂੰ ਭਰਮਾ ਨਾ ਸਕਿਆ। ਵਕਤ ਲੰਘਦਾ ਗਿਆ। ਇੱਕ ਵਾਰ ਸੌਦਾਗਰ ਕਿਸੇ ਦੂਜੇ ਸ਼ਹਿਰ ਗਿਆ। ਉੱਥੇ ਉਹ ਆਪਣੇ ਇੱਕ ਦੋਸਤ ਦੇ ਘਰ ਠਹਿਰਿਆ। ਗੱਲਾਂ ਵਿੱਚ ਮੁਕੰਦੇ ਦੇ ਵਿਆਹ ਬਾਰੇ ਗੱਲ ਛਿੜ ਪਈ। ਸੌਦਾਗਰ ਨੇ ਦੋਸਤ ਨੂੰ ਸਾਰੀ ਗੱਲ ਦੱਸਦਿਆਂ ਕਿਹਾ, ਮੁਕੰਦਾ ਬੜਾ ਜ਼ਿੱਦੀ ਏ। ਉਹ ਕਹਿੰਦਾ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਵਾਉਣਾ ਜਿਹੜੀ 5 ਜੁੱਤੀਆਂ ਸਵੇਰੇ ਜਾਗ ਕੇ ਰੋਜ਼ ਖਾਏ। ਪਰ ਕੋਈ ਕੁੜੀ ਅਜਿਹਾ ਅਪਮਾਨ ਸਹਿਣ ਨੂੰ ਤਿਆਰ ਨਹੀਂ। ਉਸ ਦੋਸਤ ਦੀ ਆਪਣੀ ਲੜਕੀ ਜਵਾਨ ਸੀ, ਸੋਹਣੀ ਸੁਨੱਖੀ ਤੇ ਸੂਝ-ਬੂਝ ਵਾਲੀ। ਉਸਦੀ ਦਿਲੀ ਇੱਛਾ ਸੀ ਕਿ ਉਹਦੀ ਲੜਕੀ ਮੁਕੰਦੇ ਨਾਲ ਵਿਆਹੀ ਜਾਵੇ। ਪਰ ਮੁਕੰਦੇ ਦੀ ਅਜੀਬ ਸ਼ਰਤ ਸੁਣ ਕੇ ਉਹ ਢਿੱਲਾ ਪੈ ਗਿਆ। ਲੜਕੀ ਤਾਂ ਮੇਰੀ ਵੀ ਜਵਾਨ ਏ, ਮੈਂ ਉਹਦੇ ਵਾਸਤੇ ਵਰ ਟੋਲ ਰਿਹਾ ਹਾਂ। ਤੇਰਾ ਘਰ ਮਿਲ ਜਾਏ ਤਾਂ ਮੈਨੂੰ ਹੋਰ ਕੀ ਚਾਹੀਦਾ। ਪਰ ਜੁੱਤੀਆਂ ਵਾਲੀ ਗੱਲ ਇਤਰਾਜ਼ਯੋਗ ਏ। ਕੋਈ ਕਸੂਰ ਹੋਵੇ ਤਾਂ ਕੋਈ ਝਿੜਕ ਝਾੜ ਸਹਿ ਵੀ ਲਵੇ। ਬਗੈਰ ਕਸੂਰ ਦੇ ਕੌਣ ਰੋਜ਼ ਜੁੱਤੀਆਂ ਖਾਵੇ। ਪਰ ਕੀ ਪਤਾ ਤੇਰੀ ਲੜਕੀ ਮੰਨ ਜਾਵੇ। ਸੌਦਾਗਰ ਨੇ ਉਤਸ਼ਾਹ ਦਿੱਤਾ, ਜੇ ਉਹਨੂੰ ਇਤਰਾਜ਼ ਨਾ ਹੋਵੇ ਤਾਂ ਤੈਨੂੰ ਕੋਈ ਉਜ਼ਰ ਨਹੀਂ ਹੋਣਾ ਚਾਹੀਦਾ। ਦੋਸਤ ਦੀ ਲੜਕੀ ਸਵਰਨੋ ਰਸੋਈ ਵਿੱਚ ਬੈਠੀ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹ ਵੇਖਣ ਨੂੰ ਜਿਤਨੀ ਸੋਹਣੀ ਸੁਨੱਖੀ ਸੀ, ਸੁਭਾਅ ਦੀ ਓਨੀ ਹੀ ਅਸੀਲ ਤੇ ਸੂਝ-ਬੂਝ ਵਾਲੀ ਸੀ। ਉਸਨੂੰ ਆਪਣੇ 'ਤੇ ਪੂਰਾ ਵਿਸ਼ਵਾਸ ਸੀ। ਉਹ ਇਸ ਸ਼ਾਦੀ ਵਾਸਤੇ ਰਜ਼ਾਮੰਦ ਹੋ ਗਈ। ਜੇ ਮੇਰੇ ਵਿੱਚ ਸਾਹਸ ਹੋਇਆ ਤਾਂ ਮੈਂ ਖੁਦ ਹੀ ਉਹਨੂੰ ਗਲਤ ਕੰਮ ਕਰਨ ਤੋਂ ਵਰਜ ਲਵਾਂਗੀ। ਤੁਸੀਂ ਮੇਰੀ ਚਿੰਤਾ ਨਾ ਕਰੋ, ਸਵਰਨੋ ਨੇ ਆਪਣੇ ਪਿਓ ਨੂੰ ਸਮਝਾਇਆ। ਮੁਕੰਦੇ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਸਵਰਨੋ ਦਾ ਡੋਲਾ ਘਰ ਆਇਆ। ਰਾਤ ਸੁੱਖ ਦੀ ਬੀਤੀ। ਸਵਰਨੋ ਦੀ ਆਦਤ ਸੀ ਹਰ ਵੇਲੇ ਹਸੂੰ ਕਰਨਾ। ਕਦੇ ਉਹਦੇ ਚਿਹਰੇ 'ਤੇ ਗਮ ਦੀ ਪਰਛਾਈ ਕਿਸੇ ਨੇ ਨਹੀਂ ਸੀ ਵੇਖੀ। ਸਵੇਰੇ ਮੁਕੰਦਾ ਜਾਗਿਆ ਤਾਂ ਸਵਰਨੋ ਨੂੰ ਕਹਿਣ ਲੱਗਾ, ਸਵੇਰ ਹੋ ਗਈ ਏ, ਉੱਠ ਜਾਗ ਤੇ 5 ਜੁੱਤੀਆਂ ਖਾ ਲੈ। ਇਹੋ ਮੇਰੀ ਸ਼ਰਤ ਸੀ। ਸਵਰਨੋ ਖਿੜ ਕੇ ਹੱਸਣ ਲੱਗੀ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਅੱਜ ਪਹਿਲਾ ਦਿਨ ਏ। ਇਹ ਚੰਗਾ ਸ਼ਗਨ ਨਹੀਂ ਹੁੰਦਾ। ਕੱਲ੍ਹ ਸਵੇਰੇ 10 ਜੁੱਤੀਆਂ ਇਕੱਠੀਆਂ ਮਾਰ ਲੈਣੀਆਂ।
ਸਵਰਨਾ ਨੇ ਸਮਝਾਇਆ। ਮੁਕੰਦੇ ਨੂੰ ਇਹ ਗੱਲ ਜੱਚ ਗਈ। ਅਗਲੇ ਦਿਨ ਮੁਕੰਦਾ ਸਵੇਰੇ ਜਾਗ ਕੇ ਸਵਰਨੋਂ ਨੂੰ ਜੁੱਤੀਆਂ ਮਾਰਨ ਲੱਗਾ ਤਾਂ ਸਵਰਨੋਂ ਖਿੜ ਕੇ ਹੱਸਦੀ ਹੋਈ ਕਹਿਣ ਲੱਗੀ, ਮੈਨੂੰ ਜੁੱਤੀਆਂ ਖਾਣ ਵਿੱਚ ਕੋਈ ਇਤਰਾਜ਼ ਨਹੀਂ, ਪਰ ਇਹ ਸਾਡਾ ਆਪਸੀ ਮਾਮਲਾ ਏ, ਰਿਸ਼ਤੇਦਾਰਾਂ ਵਿੱਚ ਭੰਡੀ ਪਾਉਣ ਦਾ ਕੀ ਫਾਇਦਾ? ਉਹ ਕੀ ਕਹਿਣਗੇ? 2-4 ਦਿਨ ਦੀ ਗੱਲ ਏ, ਮੇਲ ਨੂੰ ਤੁਰ ਲੈਣ ਦੇ, ਫਿਰ ਭਾਵੇਂ 100 ਜੁੱਤੀਆਂ ਮਾਰ ਲਿਆ ਕਰਨਾ। ਇਸ ਤਰ੍ਹਾਂ 8-10 ਦਿਨ ਹੋਰ ਲੰਘ ਗਏ। ਜਦੋਂ ਸਾਰਾ ਮੇਲ ਤੁਰ ਗਿਆ ਤਾਂ ਸਵੇਰੇ ਜਾਗਦੇ ਸਾਰ ਮੁਕੰਦੇ ਨੇ ਜੁੱਤੀ ਉਤਾਰ ਲਈ ਤੇ ਸਵਰਨਾ ਨੂੰ ਕਹਿਣ ਲੱਗਾ, ਅੱਜ ਮੈਂ ਤੈਨੂੰ ਗਿਣ ਕੇ ਪੂਰੀਆਂ 100 ਜੁੱਤੀਆਂ ਮਾਰਨੀਆਂ ਨੇ। ਅਗਲਾ ਪਿਛਲਾ ਸਾਰਾ ਹਿਸਾਬ ਪੂਰਾ ਕਰਨਾ ਹੈ। ਉੱਠ, ਮਾਰ ਖਾਣ ਦੇ ਲਈ ਤਿਆਰ ਹੋ ਜਾ। ਸਵਰਨਾ ਖਿੜ ਕੇ ਹੱਸਣ ਲੱਗੀ। ਜੁੱਤੀਆਂ ਤਾਂ ਮੈਂ ਖਾ ਲਵਾਂ, ਪਰ ਜੁੱਤੀਆਂ ਮਾਰਨ ਦਾ ਤੁਹਾਡਾ ਹੱਕ ਨਹੀਂ ਬਣਦਾ। ਤੁਹਾਡੇ ਪਿਓ ਦਾ ਬਣਦਾ ਏ। ਉਹਨੂੰ ਸੱਦ ਲਿਆਓ। ਉਹ ਕਿਵੇਂ? ਜੁੱਤੀ ਹੱਥ ਵਿੱਚ ਫੜੀ ਮੁਕੰਦਾ ਸਵਰਨੋਂ ਵੱਲ ਬਿਟ ਕਰਕੇ ਵੇਖਣ ਲੱਗਾ। ਮੈਨੂੰ ਇਹ ਦੱਸੋ, ਵਿਆਹ 'ਤੇ ਖਰਚਾ ਕਿਸ ਨੇ ਕੀਤਾ? ਮੇਰੇ ਪਿਓ ਨੇ। ਇਹ ਗਹਿਣੇ ਗੱਟੇ ਕਿਸ ਨੇ ਢੋਏ ਨੇ? ਮੇਰੇ ਪਿਓ ਨੇ। ਇਸ ਘਰ ਵਿੱਚ ਕਮਾਈ ਕਿਸ ਦੀ ਏ? ਮੇਰੇ ਪਿਓ ਦੀ। ਤਾਂ ਫਿਰ ਪਿਓ ਨੂੰ ਕਹੋ ਮੈਨੂੰ ਜੁੱਤੀਆਂ ਮਾਰੇ। ਮੈਂ ਤੁਹਾਡਾ ਨਹੀਂ ਖਾਂਦੀ, ਤੁਹਾਡੇ ਪਿਓ ਦਾ ਦਿੱਤਾ ਖਾਂਦੀ ਹਾਂ। ਜਦੋਂ ਮੈਂ ਤੁਹਾਡਾ ਖਾਵਾਂਗੀ ਤਾਂ ਤੁਸੀਂ ਜੁੱਤੀਆਂ ਮਾਰਦੇ ਸੋਹਣੇ ਲੱਗਦੇ ਹੋ। ਕੌਡੀ ਕਮਾਣੀ ਨਹੀਂ ਆਉਂਦੀ ਤੇ ਜੁੱਤੀਆਂ ਚੁੱਕੀ ਫਿਰਦੇ ਨੇ। ਸਵਰਨੋਂ ਦਾ ਚਿਹਰਾ ਭਖਣ ਲੱਗਾ। ਤੂੰ ਠੀਕ ਕਹਿੰਦੀ ਏ। ਮੁਕੰਦੇ ਨੂੰ ਵੀ ਗੁੱਸਾ ਆ ਗਿਆ। ਪਰ ਯਾਦ ਰੱਖ, ਜਿਸ ਦਿਨ ਮੈਂ ਕਮਾਈ ਕਰਕੇ ਆਇਆ, ਅਗਲੀ ਪਿਛਲੀ ਸਾਰੀ ਕਸਰ ਪੂਰੀ ਕਰਕੇ ਛੱਡਾਂਗਾ, ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ, ਸਵਰਨੋਂ ਨੇ ਉੱਤਰ ਦਿੱਤਾ। ਮੁਕੰਦਾ ਵਪਾਰ ਕਰਨ ਵਾਸਤੇ ਪ੍ਰਦੇਸ ਜਾਣ ਦੀ ਤਿਆਰੀ ਕਰਨ ਲੱਗਾ। ਉਹਨੇ ਆਪਣੇ ਪਿਓ ਤੋਂ 5000 ਰੁਪਏ ਮੰਗੇ। ਪਿਓ ਨੇ ਦੇ ਦਿੱਤੇ। ਮੁਕੰਦਾ ਜਹਾਜ਼ ਵਿੱਚ ਮਾਲ ਲੱਦ ਕੇ ਪ੍ਰਦੇਸ ਤੁਰ ਪਿਆ। ਰਸਤੇ ਵਿੱਚ ਇੱਕ ਟਾਪੂ ਦੇ ਕੰਢੇ ਜਹਾਜ਼ ਰੁਕਿਆ। ਮੁਕੰਦਾ ਟਾਪੂ ਦੀ ਸੈਰ ਕਰਨ ਲੱਗਾ। ਅਚਾਨਕ ਉਸ ਦੀ ਨਜ਼ਰ ਇੱਕ ਖੂਬਸੂਰਤ ਬਾਗ 'ਤੇ ਪਈ, ਜਿੱਥੇ ਫੁੱਲਾਂ ਬੂਟਿਆਂ ਤੋਂ ਇਲਾਵਾ ਅੰਬਾਂ ਦੇ ਕਾਫੀ ਸਾਰੇ ਝੁੰਡ ਉੱਗੇ ਪਏ ਸਨ। ਮੁਕੰਦਾ ਬਾਗ ਵਿੱਚ ਟਹਿਲਣ ਲੱਗਾ। ਕਟੋਰੇ ਜਿਤਨੇ ਵੱਡੇ ਤੇ ਰਸੇ ਹੋਏ ਅੰਬ ਵੇਖ ਕੇ ਮੁਕੰਦੇ ਦਾ ਦਿਲ ਚੂਸਣ 'ਤੇ ਕਰ ਆਇਆ। ਉਹਨੇ ਇੱਕ ਦਰਖਤ ਨਾਲੋਂ ਅੰਬ ਤੋੜਿਆ, ਚੂਸਿਆ। ਬੜਾ ਰਸੀਲਾ ਤੇ ਲਜ਼ੀਜ਼ ਸੀ। ਮੁਕੰਦੇ ਨੇ ਖਾ ਕੇ ਗਿਟਕ ਉੱਥੇ ਪੈਰਾਂ ਵਿੱਚ ਹੀ ਸੁੱਟ ਦਿੱਤੀ ਤੇ ਇੱਕ ਹੋਰ ਅੰਬ ਤੋੜ ਕੇ ਚੂਸਣ ਲੱਗਾ। ਮੁਕੰਦੇ ਦੇ ਵੇਖਦੇ ਉਸ ਗਿਟਕ ਵਿੱਚੋਂ ਜੜ ਫੁੱਟਣ ਲੱਗੀ ਤੇ ਹੌਲੇ ਇੱਕ ਬੂਟੇ ਉੱਗ ਪਿਆ। ਜਦੋਂ ਤੱਕ ਉਸ ਨੇ ਅੰਬ ਚੂਸ ਕੇ ਖਤਮ ਕੀਤਾ, ਉੱਥੇ ਪੂਰਾ ਫਲਦਾਰ ਬ੍ਰਿਸ਼ ਉੱਗ ਚੁੱਕਾ ਸੀ, ਜਿਸ ਨਾਲ ਕਾਫੀ ਸਾਰੇ ਪੱਕੇ ਹੋਏ ਅੰਬ ਸਨ। ਮੁਕੰਦਾ ਇਹ ਮੌਜਾ ਵੇਖ ਕੇ ਹੈਰਾਨ ਰਹਿ ਗਿਆ। ਉਹਨੇ ਦੂਜੀ ਗਿਟਕ ਸੁੱਟ ਕੇ ਅਜ਼ਮਾਇਸ਼ ਕੀਤੀ। ਵੇਖਦੇ ਉਸ ਗਿਟਕ ਵਿੱਚੋਂ ਵੀ ਫਲਦਾਰ ਬੂਟਾ ਉੱਭਰਨ ਲੱਗਾ। ਮੁਕੰਦੇ ਨੇ ਸੋਚਿਆ, ਇਸ ਜਗ੍ਹਾ ਦੇ ਅੰਬ ਬੜੇ ਅਜੀਬ ਹਨ, ਮੈਂ ਇਹਨਾਂ ਨਾਲ ਕਾਫੀ ਧਨ ਕਮਾ ਸਕਦਾ ਹਾਂ। ਸੋ ਉਸਨੇ ਥੋੜ੍ਹੇ ਜਿਹੇ ਅੰਬ ਆਪਣੇ ਰੁਮਾਲ ਵਿੱਚ ਬੰਨ੍ਹ ਲਏ ਤੇ ਵਾਪਸ ਜਹਾਜ਼ 'ਤੇ ਆ ਗਿਆ। ਜਹਾਜ਼ ਫਿਰ ਸਮੁੰਦਰ ਵਿੱਚ ਠਿੱਲ ਪਿਆ ਅਤੇ ਘੁਮਾਉਂਦਾ ਮੁਕੰਦਾ ਇੱਕ ਸ਼ਹਿਰ ਪੁੱਜਾ। ਉੱਥੇ ਮੁਕੰਦੇ ਨੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿੱਤਾ ਕਿ ਉਹ ਲੋਕ ਸ਼ਰਤ ਲਗਾ ਕੇ ਅਜੀਬ ਕਰਤੱਵ ਵਿਖਾਏਗਾ। ਜਦੋਂ ਲੋਕ ਸ਼ਹਿਰ ਦੇ ਖੁੱਲ੍ਹੇ ਮੈਦਾਨ ਵਿੱਚ ਇਕੱਠੇ ਹੋ ਗਏ ਤਾਂ ਮੁਕੰਦੇ ਨੇ ਲੋਕਾਂ ਨੂੰ ਕਿਹਾ, ਮੈਂ ਇੱਕ ਬੜਾ ਵੱਡਾ ਮੁਆਵਜ਼ਾ ਵਿਖਾਉਣ ਲੱਗਾ ਹਾਂ। ਮੈਂ ਇਸ ਅੰਬ ਨੂੰ ਚੂਸ ਕੇ ਗਿਟਕ ਸੁੱਟਾਂਗਾ ਤੇ ਤੁਹਾਡੇ ਵੇਖਦੇ ਇਸ ਗਿਟਕ ਵਿੱਚੋਂ ਅੰਬ ਦਾ ਇੱਕ ਪੇੜ ਉੱਗ ਆਵੇਗਾ। ਇਹ ਕਦੇ ਮੁਮਕਿਨ ਨਹੀਂ। ਲੋਕਾਂ ਨੇ ਸ਼ੋਰ ਮਚਾਇਆ। ਜੇ ਮੈਂ ਨਾ ਕਰ ਸਕਿਆ ਤਾਂ ਤੁਹਾਡੇ ਵਿੱਚ 5000 ਰੁਪਏ ਵੰਡ ਦਿਆਂਗਾ। ਜੇ ਮੈਂ ਇਹ ਮੁਆਵਜ਼ਾ ਕਰ ਵਿਖਾਇਆ ਤਾਂ
ਤੁਸੀਂ ਸਾਰੇ 5000 ਰੁਪਏ ਇਕੱਠੇ ਕਰਕੇ ਮੈਨੂੰ ਦਿਓਗੇ, ਮੁਕੰਦੇ ਨੇ ਕਿਹਾ। ਲੋਕਾਂ ਨੇ ਹੰਗਾਰਾ ਭਰਿਆ, ਪਰ ਜਦੋਂ ਮੁਕੰਦੇ ਨੇ ਅੰਬ ਚੂਸ ਕੇ ਗਿਟਕ ਸੁੱਟੀ ਤਾਂ ਉਹਦੇ ਵਿੱਚੋਂ ਪੇੜ ਉੱਗਿਆ ਤੇ ਨਾ ਹੀ ਕੋਈ ਫਲੀ ਫੁੱਲੀ। ਸੋ ਮੁਕੰਦੇ ਨੂੰ 5000 ਰੁਪਏ ਦੇਣੇ ਪਏ। ਇਹੋ ਕੁਝ ਹੀ ਉਹਦੀ ਸਾਰੀ ਮੂੜੀ ਸੀ। ਆਪਣਾ ਸਾਰਾ ਮਾਲ ਵੇਚ ਕੇ ਮਸਾਂ ਉਹਨੇ ਰੁਪਏ ਇਕੱਠੇ ਕਰਕੇ ਲੋਕਾਂ ਵਿੱਚ ਵੰਡੇ। ਮੁਕੰਦੇ ਦੀ ਹਾਲਤ ਮੰਗਤਿਆਂ ਵਾਲੀ ਹੋ ਗਈ। ਲੋਕੀ ਉਹਨੂੰ ਦਗਾਬਾਜ਼ ਸਮਝਣ ਲੱਗੇ। ਉਸ ਵਾਸਤੇ ਉਹਨੂੰ ਕਿਸੇ ਨੇ ਵੀ ਕੰਮ ਨਾ ਦਿੱਤਾ। ਅਖੀਰ ਮੁਕੰਦੇ ਨੂੰ ਪੇਟ ਪਾਲਣ ਵਾਸਤੇ ਘਾਹੀ ਦਾ ਕੰਮ ਕਰਨਾ ਪਿਆ। ਕਿਸੇ ਨੇ ਮੁਕੰਦੇ 'ਤੇ ਤਰਸ ਖਾ ਕੇ ਦਾਤਰੀ ਲੈ ਦਿੱਤੀ। ਮੁਕੰਦਾ ਹਰ ਰੋਜ਼ ਜੰਗਲ ਵਿੱਚ ਜਾ ਕੇ ਘਾਹ ਕੱਟ ਕੇ ਲਿਆਂਦਾ ਤੇ ਮੰਡੀ ਵਿੱਚ ਵੇਚ ਆਉਂਦਾ। ਜੋ ਟੱਕਾ ਪੈਸਾ ਮਿਲਦਾ ਉਹਦੇ ਨਾਲ ਪੇਟ ਦੀ ਅੱਗ ਬੁਝਾ ਲੈਂਦਾ। ਉਹ ਸ਼ਹਿਰ ਬਾਹਰ ਇੱਕ ਝੁੱਗੀ ਬਣਾ ਕੇ ਰਹਿਣ ਲੱਗ ਪਿਆ। ਕੁਝ ਸਮਾਂ ਲੰਘ ਗਿਆ। ਜਦੋਂ ਮੁਕੰਦਾ ਵਾਪਸ ਨਾ ਆਇਆ ਤਾਂ ਸਵਰਨਾ ਉਹਨੂੰ ਢੂੰਢਣ ਵਾਸਤੇ ਖੁਦ ਪ੍ਰਦੇਸ਼ਾਂ ਵਿੱਚ ਜਾਣ ਦੀਆਂ ਤਿਆਰੀਆਂ ਕਰਨ ਲੱਗੀ। ਪਹਿਲਾਂ ਤਾਂ ਸਹੁਰਾ ਰਜ਼ਾਮੰਦ ਨਾ ਹੋਇਆ, ਪਰ ਜਦੋਂ ਸਵਰਨਾ ਨੇ ਜ਼ਿੱਦ ਕੀਤੀ ਤਾਂ ਉਹਨੇ ਆਗਿਆ ਦੇ ਦਿੱਤੀ। ਸਵਰਨਾ ਨੇ ਗੱਭਰੂਆਂ ਵਾਲਾ ਲਿਬਾਸ ਪਹਿਨ ਲਿਆ ਅਤੇ ਸਹੁਰੇ ਕੋਲੋਂ 5000 ਰੁਪਏ ਲੈ ਕੇ ਜਹਾਜ਼ ਵਿੱਚ ਮਾਲ ਲੱਦ ਲਿਆ। ਸਵਰਨਾ ਵੀ ਉਸੇ ਦਿਸ਼ਾ ਵੱਲ ਚੱਲ ਪਈ ਜਿੱਧਰ ਮੁਕੰਦਾ ਗਿਆ ਸੀ। ਕੁਝ ਦਿਨ ਮਗਰੋਂ ਉਸੇ ਟਾਪੂ ਅੱਗੇ ਜਹਾਜ਼ ਜਾ ਰੁਕਿਆ ਜਿੱਥੇ ਮੁਕੰਦਾ ਨੇ ਅਦਭੁਤ ਅੰਬਾਂ ਦੇ ਦਰਖਤ ਵੇਖੇ ਸਨ। ਉਹ ਟਾਪੂ ਵਿੱਚ ਇੱਧਰ ਉੱਧਰ ਘੁੰਮਣ ਲੱਗੀ। ਉਸਦੀ ਨਜ਼ਰ ਅੰਬਾਂ ਦੇ ਝੁੰਡ ਉੱਤੇ ਜਾ ਪਈ। ਉਸਨੇ ਇੱਕ ਪੱਕੇ ਰਸੇ ਅੰਬ ਨੂੰ ਦਰਖਤ ਨਾਲੋਂ ਹੇਠਾਂ ਡਿੱਗਦੇ ਵੇਖਿਆ। ਸਵਰਨਾ ਨੇ ਅੰਬ ਚੁੱਕ ਲਿਆ ਅਤੇ ਚੂਸ ਕੇ ਗਿਟਕ ਸੁੱਟੀ ਤਾਂ ਉਹਦੇ ਵੇਖਦੇ ਵੇਖਦੇ ਗਿਟਕ ਵਿੱਚੋਂ ਇੱਕ ਨਵਾਂ ਬੂਟਾ ਉੱਗ ਕੇ ਦਰਖਤ ਬਣ ਗਿਆ। ਫਿਰ ਸਵਰਨਾ ਨੇ ਇੱਕ ਹੋਰ ਅੰਬ ਚੂਸਿਆ, ਪਰ ਐਤਕੀ ਉਹਦੀ ਗਿਟਕ ਬਹੁਤ ਦੂਰ ਜਾ ਕੇ ਸੁੱਟੀ। ਉਸ ਨੇ ਵੇਖਿਆ ਕਿ ਉਹ ਗਿਟਕ ਉਵੇਂ ਦੀ ਉਵੇਂ ਪਈ ਰਹੀ। ਸਵਰਨਾ ਤਾੜ ਗਈ ਕਿ ਇਸ ਬਾਗ ਦੀ ਮਿੱਟੀ ਵਿੱਚ ਖਾਸੀਅਤ ਹੈ। ਸੋ ਉਸਨੇ ਕੁਝ ਅੰਬ ਤੇ ਬਾਗ ਦੀ ਬਹੁਤ ਸਾਰੀ ਮਿੱਟੀ ਨਾਲ ਲੈ ਆਈ ਤੇ ਅੱਗੇ ਤੁਰ ਪਈ। ਕਈ ਦਿਨ ਮਗਰੋਂ ਸਵਰਨਾ ਦਾ ਜਹਾਜ਼ ਉਸ ਸ਼ਹਿਰ ਜਾ ਲੱਗਾ ਜਿੱਥੇ ਮੁਕੰਦਾ ਰਹਿੰਦਾ ਸੀ। ਸਵਰਨ ਨੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿੱਤਾ ਕਿ ਉਹ ਇੱਕ ਅਲੌਕਿਕ ਜਿਹਾ ਤਮਾਸ਼ਾ ਵਿਖਾਏਗੀ। ਜੋ ਲੋਕ ਇਕੱਠੇ ਹੋ ਗਏ ਤਾਂ ਸਵਰਨਾ ਨੇ ਦੱਸਿਆ ਕਿ ਅੰਬ ਦੀ ਗਿਟਕ ਵਿੱਚੋਂ ਉਹ ਭਲਾ ਸ਼ਿਨਾਹ ਵਿੱਚ ਅੰਬ ਦਾ ਪੇੜ ਪੈਦਾ ਕਰ ਵਿਖਾਏਗੀ। ਇਹ ਗੱਲ ਕਦੇ ਮੁਮਕਿਨ ਨਹੀਂ, ਲੋਕਾਂ ਨੇ ਕਿਹਾ। ਤੂੰ ਬੇਸ਼ੱਕ ਸ਼ਰਤ ਲਗਾ ਲੈ। ਅੱਗੇ ਵੀ ਇੱਕ ਬੰਦਾ ਇੱਥੇ 5000 ਰੁਪਏ ਦੀ ਸ਼ਰਤ ਹਾਰ ਕੇ ਗਿਆ। ਜੇ ਗਿਟਕ ਵਿੱਚੋਂ ਪੇੜ ਉੱਗ ਪਿਆ ਤਾਂ ਤੁਸੀਂ ਰਲ ਕੇ ਮੈਨੂੰ 5000 ਦੇਣਾ। ਜੇ ਨਾ ਉੱਗਿਆ ਤਾਂ ਮੈਂ ਤੁਹਾਨੂੰ ਦੇਵਾਂਗੀ। ਸਵਰਨਾ ਨੇ ਗੱਭਰੂ ਦਾ ਭੇਸ ਧਾਰ ਰੱਖਿਆ ਸੀ। ਉਸਨੇ ਪਹਿਲਾਂ ਅੰਬ ਦੀ ਗਿਟਕ ਚੂਸੀ, ਫਿਰ ਉਸਨੂੰ ਭਿਉਂ ਉੱਤੇ ਉਸ ਥਾਂ ਸੁੱਟ ਦਿੱਤਾ ਜਿੱਥੇ ਉਸਨੇ ਬਾਗ ਦੀ ਥੋੜ੍ਹੀ ਜਿਹੀ ਮਿੱਟੀ ਬਿਖੇਰੀ ਹੋਈ ਸੀ। ਲੋਕਾਂ ਦੇ ਵੇਖਦੇ ਵੇਖਦੇ ਇੱਕ ਬੂਟਾ ਉੱਗਿਆ। ਫਿਰ ਉਹ ਦਰਖਤ ਦਾ ਰੂਪ ਧਾਰਨ ਕਰ ਗਿਆ। ਸੋ ਲੋਕਾਂ ਨੇ 5000 ਰੁਪਏ ਇਕੱਠੇ ਕਰਕੇ ਸਵਰਨਾ ਨੂੰ ਦੇ ਦਿੱਤੇ। ਮੁਕੰਦਾ ਵੀ ਨੇੜੇ ਖਲੋਤਾ ਘਾਹ ਵੇਚ ਰਿਹਾ ਸੀ। ਉਹ ਇਹ ਮੁਆਵਜ਼ਾ ਵੇਖ ਕੇ ਹੱਕਾ ਬੱਕਾ ਰਹਿ ਗਿਆ। ਉਹ ਹੈਰਾਨ ਸੀ ਕਿ ਉਸਦੇ ਅੰਬ ਦੀ ਗਿਟਕ ਕਿਉਂ ਨਹੀਂ ਸੀ ਫਲੀ ਫੁੱਲੀ। ਸਵਰਨਾ ਨੇ ਮੁਕੰਦੇ ਨੂੰ ਪਛਾਣ ਲਿਆ। ਕੱਪੜੇ ਲੀਰੋ ਲੀਰ, ਸਰੀਰ ਧੁੱਪਾਂ ਨਾਲ ਝੁਲਸਿਆ ਹੋਇਆ ਤੇ ਰੰਗ ਕਾਲਾ, ਜਿਵੇਂ ਕਿਸੇ ਪਿੰਡੇ 'ਤੇ ਕਾਲਖ ਮਲ ਦਿੱਤੀ ਹੋਵੇ। ਚਿਹਰੇ ਦੀ ਰੌਣਕ ਤੇ ਅੱਖਾਂ ਦੀ ਚਮਕ ਖਤਮ ਹੁੰਦੀ ਜਾ ਰਹੀ ਸੀ। ਸਵਰਨਾ ਨੇ ਮੁਕੰਦੇ ਤੋਂ ਘਾਹ ਦੀ ਪੰਡ ਦਾ ਮੁੱਲ ਪੁੱਛਿਆ। 1 ਟਕਾ, ਮੁਕੰਦੇ ਨੇ ਕਿਹਾ। ਮੈਨੂੰ ਵਧੀਆ ਘਾਹ ਚਾਹੀਦਾ ਏ, ਸਵਰਨਾ ਨੇ ਕਿਹਾ। ਤੂੰ ਰੋਜ਼ 1 ਪੰਡ ਮੇਰੇ ਖੇਮੇ ਵਿੱਚ ਪਹੁੰਚਾ ਦਿਆ ਕਰ। ਜੇ ਘਾਹ ਅੱਛਾ ਹੋਇਆ ਤਾਂ 4 ਟਕੇ ਰੋਜ਼ ਦੇ ਮਿਲਣਗੇ। ਜਦੋਂ ਉਹ ਅਗਲੇ ਦਿਨ ਖੇਮੇ ਵਿੱਚ ਘਾਹ ਦੀ ਪੰਡ ਸੁੱਟ ਕੇ ਜਾਣ ਲੱਗਾ ਤਾਂ
ਸਵਰਨਾ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਵੇਖਦੇ ਹੋਏ ਕਿਹਾ, ਕੀ ਤੂੰ ਨੌਕਰੀ ਕਰੇਂਗਾ? ਕਿਉਂ ਨਹੀਂ, ਮੈਂ ਘਾਹ ਕੱਟ ਕੇ ਤੰਗ ਪੈ ਗਿਆ ਹਾਂ। ਮੁਕੰਦੇ ਨੇ ਹੱਥਾਂ ਦੇ ਛਾਲੇ ਵਿਖਾਉਂਦੇ ਹੋਏ ਕਿਹਾ, ਵੇਖੋ ਮੇਰੇ ਹੱਥਾਂ ਪੈਰਾਂ ਵਿੱਚ ਛਾਲੇ ਪੈ ਗਏ ਨੇ। ਤੂੰ ਪੜ੍ਹਿਆ ਲਿਖਿਆ ਵੀ ਏ, ਹਿਸਾਬ ਕਿਤਾਬ ਕਰਨਾ ਜਾਣਦਾ ਜੀ। ਮੈਂ ਜਨਮ ਤੋਂ ਕਾਹੀ ਨਹੀਂ, ਇਹ ਧੰਦਾ ਤਾਂ ਪੇਟ ਦੀ ਖਾਤਰ ਕਰਨਾ ਪਿਆ। ਕੱਲ੍ਹ ਆ ਜਾਵੀਂ, ਮੈਂ ਤੇਰੇ ਲਈ ਕੰਮ ਕੱਢਾਂਗੀ। ਅਗਲੇ ਦਿਨ ਜਦੋਂ ਮੁਕੰਦਾ ਫਿਰ ਆਇਆ ਤਾਂ ਸਵਰਨਾ ਨੇ ਕਿਹਾ, ਮੈਂ ਤੇਰੇ ਵਾਸਤੇ ਨਵੇਂ ਕੱਪੜੇ ਸਿਵਾ ਦਿੱਤੇ ਨੇ। ਤੇਰੇ ਇਹ ਕੱਪੜੇ ਇੱਥੇ ਨਹੀਂ ਚੱਲਣੇ, ਤੂੰ ਇਹ ਕੱਪੜੇ ਉਤਾਰ ਕੇ ਨਵੇਂ ਪਾ ਲੈ। ਇਹ ਪੁਰਾਣੀ ਘਾਹੀ ਦੇ ਕੱਪੜੇ ਦਾਤਰੀ ਅਤੇ ਰੰਬੀ ਅੰਦਰ ਰੱਖ ਆ। ਸਵਰਨਾ ਨੇ ਫਿਰ ਆਪਣੇ ਸਭ ਨੌਕਰਾਂ ਨੂੰ ਬੁਲਾ ਕੇ ਕਿਹਾ, ਵੇਖੋ ਅੱਜ ਤੋਂ ਮੇਰਾ ਸਾਰਾ ਕਾਰੋਬਾਰ ਇਹ ਮੁਕੰਦਾ ਵੇਖਿਆ ਕਰੇਗਾ। ਇਸ ਦੇ ਹਰ ਹੁਕਮ ਦੀ ਪਾਲਣਾ ਕੀਤੀ ਜਾਵੇ, ਉਸੇ ਤਰ੍ਹਾਂ ਜਿਵੇਂ ਮੇਰੇ ਹੁਕਮ ਦੀ ਪਾਲਣਾ ਹੁੰਦੀ ਏ। ਸਵਰਨਾ ਨੇ ਘਾਹੀ ਦੇ ਉਹ ਕੱਪੜੇ ਦਾਤਰੀ ਤੇ ਰੰਬੀ ਸੰਭਾਲ ਕੇ ਕੋਲ ਰੱਖ ਲਏ। ਕੁਝ ਦਿਨ ਲੰਘੇ ਤਾਂ ਸਵਰਨਾ ਨੇ ਮੁਕੰਦੇ ਨੂੰ ਬੁਲਾ ਕੇ ਕਿਹਾ, ਮੈਂ ਇੱਕ ਛੋਟੇ ਸਫ਼ਰ 'ਤੇ ਜਾਣਾ ਏ। ਹਫ਼ਤਾ 10 ਦਿਨ ਲੱਗ ਜਾਣਗੇ। ਮੇਰੇ ਪਿੱਛੋਂ ਤੂੰ ਕੰਮ ਦਾ ਪੂਰਾ ਧਿਆਨ ਰੱਖਣਾ। ਮਾਲ ਸਸਤੇ ਭਾਅ ਨਾ ਵੇਚਣਾ। ਫਿਰ ਸਵਰਨਾ ਆਪਣੇ ਨਾਲ ਇੱਕ ਸੰਦੂਕ ਲੈ ਕੇ ਉੱਥੋਂ ਤੁਰ ਪਈ। ਉਹਨੇ ਘਾਹੀ ਵਾਲੇ ਕੱਪੜੇ ਦਾਤਰੀ ਤੇ ਰੰਬੀ ਵੀ ਆਪਣੇ ਸੰਦੂਕ ਵਿੱਚ ਛੁਪਾ ਕੇ ਰੱਖ ਲਏ। ਸਵਰਨਾ ਉੱਥੋਂ ਸਿੱਧੀ ਆਪਣੇ ਘਰ ਵਾਪਸ ਆ ਗਈ। ਕਈ ਮਹੀਨੇ ਲੰਘ ਗਏ। ਜਦੋਂ ਮਾਲਕ ਪਰਤ ਕੇ ਨਾ ਆਇਆ ਤਾਂ ਮੁਕੰਦੇ ਨੇ ਸੋਚਿਆ ਕਿ ਉਹਦਾ ਸੌਦਾਗਰ ਮਾਲਕ ਕਿਸੇ ਜੋਖਮ ਵਿੱਚ ਫਸ ਗਿਆ। ਹੋ ਸਕਦਾ ਕਿਸੇ ਜੰਗਲੀ ਜਾਨਵਰ ਨੇ ਖਾ ਲਿਆ ਹੋਵੇ ਜਾਂ ਕਿਸੇ ਚੋਰ ਡਾਕੂ ਨੇ ਮਾਰ ਸੁੱਟਿਆ ਹੋਵੇ। ਜਦੋਂ ਮਾਲਕ ਦੇ ਪਰਤ ਕੇ ਆਉਣ ਦੀ ਕੋਈ ਆਸ ਨਾ ਰਹੀ ਤਾਂ ਮੁਕੰਦੇ ਨੇ ਉਹਦਾ ਸਾਰਾ ਮਾਲ ਮਤਾ ਸੰਭਾਲ ਕੇ ਇੱਕ ਜਹਾਜ਼ 'ਤੇ ਲੱਦ ਲਿਆ ਅਤੇ ਆਪਣੇ ਸ਼ਹਿਰ ਵੱਲ ਵਾਪਸ ਤੁਰ ਪਿਆ। ਕਈ ਮਹੀਨਿਆਂ ਮਗਰੋਂ ਜਹਾਜ਼ ਉਹਦੇ ਸ਼ਹਿਰ ਪੁੱਜਾ। ਮੁਕੰਦਾ ਸਾਰਾ ਮਾਲ ਢੋ ਕੇ ਆਪਣੇ ਗੋਦਾਮ ਵਿੱਚ ਲੈ ਗਿਆ। ਸਵਰਨਾ ਨੇ ਉਹਦੀ ਬੜੀ ਆਓ ਭਗਤੀ ਕੀਤੀ ਤੇ ਦੁੱਧ ਦਾ ਛੰਨਾ ਪੀਣ ਲਈ ਅੱਗੇ ਰੱਖਿਆ। ਮੁਕੰਦੇ ਨੇ ਸਵਰਨਾ ਨੂੰ ਕਿਹਾ, ਮੈਂ ਵਪਾਰ ਵਿੱਚ ਬੜਾ ਧਨ ਕਮਾ ਕੇ ਲਿਆਇਆ ਹਾਂ। ਪਹਿਲਾਂ ਤੂੰ ਜੁੱਤੀਆਂ ਦਾ ਹਿਸਾਬ ਮੁਕਾ ਲੈ, ਫਿਰ ਮੈਂ ਤੇਰੇ ਹੱਥੋਂ ਕੁਝ ਪੀਵਾਂਗਾ। ਮੈਂ ਜੁੱਤੀਆਂ ਤਾਂ ਖਾਣ ਵਾਸਤੇ ਤਿਆਰ ਬੈਠੀ ਹਾਂ, ਪਹਿਲਾਂ ਦੁੱਧ ਦਾ ਘੁੱਟ ਤਾਂ ਭਰ ਲਓ। ਸਵਰਨਾ ਨੇ ਮੁਸਕਰਾਉਂਦੇ ਹੋਏ ਕਿਹਾ, ਪਰ ਹੁਣ ਤੇਰੇ ਬਹਾਨੇ ਨਹੀਂ ਚੱਲਣੇ। ਮੁਕੰਦ ਨੇ ਜੁੱਤੀ ਉਤਾਰ ਲਈ ਤੇ ਤੂੰ ਬੜੇ ਮਿਹਣੇ ਮਾਰੇ ਸਨ, ਹੁਣ ਮੈਨੂੰ ਆਪਣੀ ਰੀਝ ਲਾ ਲੈਣ ਦੇ। ਜੇ ਇਹੋ ਗੱਲ ਏ ਤਾਂ ਰਤਾ ਠਹਿਰੋ, ਮੈਂ ਹੁਣੇ ਆਈ। ਇਹ ਕਹਿੰਦੀ ਹੋਈ ਸਵਰਨਾ ਅੰਦਰੋਂ ਸੰਦੂਕ ਵਿੱਚੋਂ ਘਾਹੀ ਦੇ ਕੱਪੜੇ ਦਾਤਰੀ ਤੇ ਰੰਬੀ ਕੱਢ ਲਿਆਈ ਤੇ ਮੁਕੰਦੇ ਅੱਗੇ ਰੱਖਦੀ ਹੋਈ ਕਹਿਣ ਲੱਗੀ, ਇਹਨਾਂ ਨੂੰ ਪਛਾਣਦੇ ਹੋ? ਇਹ ਤੁਹਾਡੇ ਕੱਪੜੇ ਨੇ। ਤੇ ਫਿਰ ਰਤਾ ਰੁਕ ਕੇ ਕਹਿਣ ਲੱਗੀ, ਤੁਸੀਂ ਆਪਣੇ ਕੱਪੜੇ ਸੰਭਾਲੋ ਤੇ ਮੇਰਾ ਮਾਲ ਮਤਾ ਮੇਰੇ ਹਵਾਲੇ ਕਰੋ। ਮੁਕੰਦੇ ਨੇ ਘਾਹੀ ਵਾਲੇ ਕੱਪੜੇ ਪਛਾਣ ਲਏ। ਉਹ ਕਦੇ ਕੱਪੜਿਆਂ ਵੱਲ ਵੇਖਦਾ ਤੇ ਕਦੇ ਸਵਰਨਾ ਵੱਲ। ਉਹਨੂੰ ਸਾਰੀ ਗੱਲ ਦੀ ਸਮਝ ਪੈ ਗਈ। ਸਵਰਨਾ ਹੀ ਸੌਦਾਗਰ ਦੇ ਭੇਸ ਵਿੱਚ ਉਹ ਸਾਰਾ ਮਾਲ ਧਨ ਉਹਨੂੰ ਸੌਂਪ ਕੇ ਆਈ ਸੀ। ਮੁਕੰਦੇ ਦਾ ਸਿਰ ਸ਼ਰਮ ਨਾਲ ਝੁਕ ਗਿਆ। ਸਵਰਨਾ ਨੇ ਮੁਕੰਦੇ ਦੇ ਹੱਥ ਵਿੱਚ ਜੁੱਤੀ ਫੜਾਉਂਦੇ ਹੋਏ ਕਿਹਾ, ਲਓ ਹੁਣ ਜਿਤਨੀਆਂ ਚਾਹੋ ਜੁੱਤੀਆਂ ਮਾਰ ਲਓ। ਮੁਕੰਦੇ ਨੇ ਸਵਰਨਾ ਨੂੰ ਛਾਤੀ ਨਾਲ ਲਾ ਲਿਆ ਤੇ ਕਹਿਣ ਲੱਗਾ, ਮੈਨੂੰ ਨਹੀਂ ਸੀ ਪਤਾ ਕਿ ਇਸਤਰੀ ਵਿੱਚ ਇਤਨੀ ਸ਼ਕਤੀ ਹੁੰਦੀ ਏ। ਇਸ ਨੂੰ ਚੰਗੇ ਪਾਸੇ ਵੀ ਵਰਤਿਆ ਜਾ ਸਕਦਾ ਏ। ਮੈਨੂੰ ਸਬਕ ਮਿਲ ਗਿਆ। ਬੁਰੇ ਪਾਸੇ ਵੱਲ ਇਹ ਸ਼ਕਤੀ ਚਲਿੱਤਰ ਬਣਦੀ ਏ ਤੇ ਚੰਗੇ ਪਾਸੇ ਵੱਲ ਮਰਦ ਦੀ ਬਾਂਹ।